ਜੀ ਆਇਆਂ ਨੂੰ ਖੁਸ਼ ਆਮਦੀਦ। ਤੁਸੀਂ ਤੇ ਤੁਹਾਡਾ ਪਰਿਵਾਰ ਹਰਦਮ ਰਹੇ ਸਿਹਤਯਾਬ ਇਸੇ ਦੁਆ ਦੇ ਨਾਲ ਲੈ ਹਾਜ਼ਰ ਹਾਂ ਮੈਂ ਪੀਟੀਸੀ ਨਿਊਜ਼ ਦਾ ਇਹ ਖਾਸ ਉਪਰਾਲਾ ਡਾਕਟਰ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਅਸੀਂ ਕਰਦੇ ਹਾਂ ਚਰਚਾ ਵੱਖ-ਵੱਖ ਡਾਕਟਰਸ ਦੇ ਨਾਲ, ਤਾਂ ਜੋ ਸਹੀ ਸਮੇਂ ਤੇ ਮਿਲ ਸਕੇ ਤੁਹਾਨੂੰ ਸਹੀ ਸਲਾਹ। ਪਿਛਲੇ ਹਫਤੇ ਅਸੀਂ ਬੱਚਿਆਂ ਦੀ ਗੱਲ ਕੀਤੀ ਸੀ ਤੇ ਇਸ ਵਾਰ ਅਸੀਂ ਵੱਡਿਆਂ ਦੀ ਜਾਂ ਯੰਗਸਟਰਸ ਦੀ ਗੱਲ ਕਰਾਂਗੇ ਕਿ ਰੋਜ਼ਮर्रा ਦੀ ਚੀਜ਼ਾਂ ਨੂੰ ਉਹ ਕਿਵੇਂ ਯਾਦ ਰੱਖ ਸਕਣ। ਤੇ ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ NHS ਹਸਪੀਟਲ ਜਲੰਧਰ ਤੋਂ ਨੇ ਸਪਾਈਨ ਐਂਡ ਨਿਊਰੋ ਦੇ ਮਾਹਿਰ ਡਾਕਟਰ ਨਵੀਨ ਚਿਤਕਾਰਾ। ਡਾਕਟਰ ਸਾਹਿਬ ਮੁੜ ਤੋਂ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਤੇ ਪਿਛਲੇ ਟੌਪਿਕ ਨੂੰ ਬਹੁਤ ਹੀ ਪਰਵਾਹ ਹੁੰਗਾਰਾ ਮਿਲਿਆ, ਬਹੁਤ ਜ਼ਬਰਦਸਤ ਰਿਸਪੌਂਸ ਮਿਲਿਆ ਔਰ ਪੇਰੈਂਟਸ ਦਾ ਕਹਿਣਾ ਸੀ ਕਿ ਸਾਡੀ ਬਹੁਤ ਸਾਰੀ ਜੋ ਇਨਕੁਆਇਰੀ ਸੀ ਔਰ ਬਹੁਤ ਸਾਰੀ ਜੋ ਉਹਨਾਂ ਦੇ ਦਿਮਾਗ 'ਚ ਜਿਹੜੇ ਸਵਾਲ ਸੀ ਉਹਦਾ ਜਵਾਬ ਤੁਸੀਂ ਦਿੱਤਾ। ਤੇ ਅੱਜ ਦਾ ਜੋ ਵਿਸ਼ਾ ਹੈ ਉਸ ਮਤਲਬ ਡਾਕਟਰ ਸਾਹਿਬ ਪਹਿਲੇ ਤਾਂ ਇਹ ਜਾਣਨਾ ਚਾਹਾਂਗਾ ਕਿ ਕਾਰਨ ਜਿਹੜੇ ਹੁੰਦੇ ਨੇ ਉਹ ਕਾਰਨ ਕੀ ਰਹਿੰਦੇ ਨੇ ਕਿ ਯੰਗਸਟਰਸ ਜਾਂ ਵੱਡੇ ਅਕਸਰ ਇਹ ਕਹਿੰਦੇ ਨੇ ਕਿ ਸਾਨੂੰ ਰੋਜ਼ਮर्रा ਦੀ ਚੀਜ਼ਾਂ ਭੁੱਲ ਜਾਂਦੀਆਂ ਨੇ। ਜੀ ਮੈਂ ਜਦੋਂ ਇੱਕ ਵਾਰੀ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਡਿਸਕਸ਼ਨ, ਪਹਿਲਾਂ ਇੱਕ ਐਗਜ਼ਾਮਪਲ ਦੇ ਨਾਲ ਸ਼ੁਰੂ ਕਰੂੰਗਾ ਜੀ ਕਿ ਇੱਕ ਕਮਰਾ ਹੈ, ਉਹਦੇ ਵਿੱਚ ਰੂਹ ਪਾਣੀ ਆਪਾਂ, ਤੇ ਜਿੰਨੀ ਕਮਰੇ ਦੀ ਜਗ੍ਹਾ ਆਪਾਂ ਰੂਹ ਪਾਈ ਗਏ ਫਿਰ ਇੱਕ ਵਾਰੀ ਕੀ ਹੋਇਆ ਕਿ ਕਮਰਾ ਭਰ ਗਿਆ। ਤੇ ਸਿਚੁਏਸ਼ਨ ਕੀ ਸੀਗੀ ਕਿ ਜਿਸ ਤਰ੍ਹਾਂ ਟਾਈਮ ਨਿਕਲ ਰਿਹਾ ਸੀਗਾ ਰੂਹ ਪਾਉਣ ਵਾਲੇ ਬੰਦੇ ਵੀ ਜ਼ਿਆਦਾ ਹੁੰਦੇ ਗਏ, ਉਹ ਕਮਰਾ ਭਰ ਗਿਆ। ਤੇ ਫਿਰ ਉਸ ਤੋਂ ਬਾਅਦ ਜੇ ਤੁਸੀਂ ਪਾਓਗੇ ਤਾਂ ਕੀ ਹੋਏਗਾ, ਜਾਂ ਤਾਂ ਉਹ ਰੂਹ ਅੰਦਰ ਨਹੀਂ ਜਾਏਗੀ ਜਾਂ ਕੁਝ ਰੂਹ ਨਿਕਲੇਗੀ, ਫਿਰ ਤੁਸੀਂ ਅੰਦਰ ਪਾ ਸਕਦੇ ਹੋ। ਹੁਣ ਇਹਦਾ ਇੱਕ ਛੋਟਾ ਜਿਹਾ ਸੋਲੂਸ਼ਨ ਕੀ ਸੀਗਾ ਕਿ ਇੱਕ ਬੰਦੇ ਨੇ ਰੂਹ ਨੂੰ ਗਿੱਲਾ ਕਰਨਾ ਸ਼ੁਰੂ ਕਰਤਾ। ਉਹ ਗਿੱਲਾ ਕਰਨ ਦੇ ਨਾਲ ਉਹ ਜਦੋਂ ਪਾਣਾ ਸੀਗਾ ਤੇ ਜਿੰਨਾ ਅਮਾਊਂਟ ਰੂਹ ਦਾ ਜਾਣਾ ਸੀਗਾ ਉਹ ਜ਼ਿਆਦਾ ਹੋ ਗਿਆ। ਇਸੇ ਤਰ੍ਹਾਂ ਜੋ ਸਾਡਾ ਦਿਮਾਗ ਹੈ ਉਹ ਕਮਰੇ ਦੀ ਤਰ੍ਹਾਂ, ਜਿਹੜੀ ਰੂਹ ਹੈ ਉਹ ਇੱਕ ਇਨਫੋਰਮੇਸ਼ਨ ਹੈ। ਜਦੋਂ ਛੋਟਾ ਬੱਚਾ ਹੁੰਦਾ ਹੈ ਉਸ ਟਾਈਮ ਸਾਰਾ ਦਿਮਾਗ ਖਾਲੀ ਹੈ ਤੇ ਸਿਰਫ ਪੜ੍ਹਾਈ ਦੀ ਹੀ ਇਨਫੋਰਮੇਸ਼ਨ ਅੰਦਰ ਜਾਣੀ ਹੈ, ਬਾਕੀ ਉਸਨੂੰ ਕਿਸੇ ਚੀਜ਼ ਦੀ ਕੋਈ ਚਿੰਤਾ ਨਹੀਂ, ਕੋਈ ਦਿੱਕਤ ਨਹੀਂ, ਕੋਈ ਪ੍ਰੋਬਲਮ ਨਹੀਂ। ਸੋ ਜਿੰਨਾ ਵੀ ਉਹ ਪੜ੍ਹਦਾ ਹੈ ਉਹ ਯਾਦ ਰੱਖਣ ਦੀ ਉਹਦੀ ਕੈਪੈਸਿਟੀ 100% ਹੈ, ਜੋ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਡਿਸਕਸ ਕੀਤਾ। ਤੇ ਜੇ ਕਰਨਾ ਚਾਹਣ ਤਾਂ ਉਹ ਈਜ਼ੀਲੀ ਕਰ ਸਕਦੇ ਨੇ। ਪਰ ਜਿਸ ਤਰ੍ਹਾਂ ਸਾਡੀ ਉਮਰ ਵੱਧਦੀ ਹੈ, ਜਿਹੜੀ ਇਨਫੋਰਮੇਸ਼ਨ ਹੈ ਉਹ ਸਿਵਾਏ ਪੜ੍ਹਾਈ ਦੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਜਾਣੀ ਸ਼ੁਰੂ ਹੋ ਜਾਂਦੀ ਹੈ। ਸੋਸ਼ਲ ਇਨਫੋਰਮੇਸ਼ਨ ਹੈਗੇ, ਸਟ੍ਰੈਸ ਹੈਗੇ, ਸਾਰੀ ਚੀਜ਼ਾਂ ਜਾਣੀ ਸ਼ੁਰੂ। ਐਕਸੈਸ ਇਨਫੋਰਮੇਸ਼ਨ, ਜਗ੍ਹਾ ਉਨੀ ਹੈ। ਸੋ ਹੁੰਦਾ ਕੀ ਹੈ ਕਿ ਜਿਹੜੀ ਇਨਫੋਰਮੇਸ਼ਨ ਅਸੀਂ ਪਾ ਰਹੇ ਹਾਂ ਉਹ ਅੰਦਰ ਜਾ ਹੀ ਨਹੀਂ ਰਹੀ ਤੇ ਉਹ ਅਸੀਂ ਯਾਦਦਾਸ਼ਤ ਮੈਮਰੀ ਦੇ ਵਿੱਚ ਨਹੀਂ ਕਰ ਸਕਦੇ। ਸੋ ਇੱਕ ਤਾਂ ਸਾਨੂੰ ਕੋਈ ਨਾ ਕੋਈ ਟ੍ਰਿਕਸ ਜਾਂ ਤਰੀਕੇ ਇਸ ਤਰ੍ਹਾਂ ਪਤਾ ਹੋਣੇ ਚਾਹੀਦੇ ਕਿ ਕਿਹੜੀ ਇਨਫੋਰਮੇਸ਼ਨ ਸਾਡੇ ਬ੍ਰੇਨ ਦੇ ਵਿੱਚ ਜਾਣੀ ਚਾਹੀਦੀ ਤੇ ਕਿਹੜੀ ਨਹੀਂ ਜਾਣੀ ਚਾਹੀਦੀ। ਇੱਕ ਜਿਹੜੀ ਦੂਸਰੀ ਚੀਜ਼ ਐਡਲਟਸ, ਮਤਲਬ ਮਿਡਲ ਏਜਡ ਤੇ ਐਡਲਟਸ ਨੂੰ ਅੰਡਰਸਟੈਂਡ ਕਰਨੀ ਹੈ। ਇਹ ਮੈਂ ਦੋ ਤਿੰਨ ਚੀਜ਼ਾਂ ਇਸ ਕਰਕੇ ਕਰ ਰਿਹਾ ਬਿਕੋਜ਼ ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈ। ਇੱਕ ਵਾਰ ਇਹ ਚੀਜ਼ ਸਮਝ ਆ ਗਈ ਤਾਂ ਅੱਗੇ ਸਾਰੇ ਪੁਆਇੰਟਸ ਬਹੁਤ ਸੌਖੇ ਸਮਝ ਆ ਜਾਣਗੇ ਕਿ ਅੱਜ ਅਸੀਂ ਜੋ ਵੀ ਚੀਜ਼ ਕਰ ਰਹੇ ਹਾਂ ਉਹਨੂੰ ਸਾਨੂੰ ਦੋ ਕੈਟੇਗਰੀ ਦੇ ਵਿੱਚ ਡਿਵਾਈਡ ਕਰਨਾ ਚਾਹੀਦਾ। ਇੱਕ ਮੈਂ ਕਹਿੰਦਾ ਥਿੰਗਸ ਟੂ ਡੂ, ਇੱਕ ਵਰਕ ਟੂ ਡੂ। ਐਗਜ਼ਾਮਪਲ, ਇੱਕ ਕਿਸਾਨ ਨੇ ਫਸਲ ਬੋਣੀ ਹੈ ਖੇਤ ਦੇ ਵਿੱਚ ਤੇ ਉਹ ਫਸਲ ਵਿਕੇਗੀ ਤੇ ਪੈਸੇ ਘਰ ਆਉਣਗੇ, ਇਹ ਐਂਡ ਪੁਆਇੰਟ ਹੈ। ਸੋ ਕਿਸਾਨ ਦੇ ਲਈ ਕੰਮ ਇਹ ਹੋਇਆ ਕਿ ਖੇਤ ਦੇ ਵਿੱਚ ਫਸਲ ਬੋ ਕੇ, ਕੱਟ ਕੇ, ਵੇਚ ਕੇ ਪੈਸੇ ਘਰ ਲੈ ਕੇ ਆਉਣੇ, ਇਹ ਤਾਂ ਕੰਮ ਹੈ। ਪਰ ਇਸ ਕੰਮ ਨੂੰ ਕਰਨ ਦੇ ਲਈ ਪਹਿਲਾਂ ਕਿਸਾਨ ਨੂੰ ਸਵੇਰੇ ਉੱਠਣਾ, ਉਹਨੇ ਆਪਣੇ ਖੇਤ ਨੂੰ ਜਾਣਾ ਵੀ ਹੈ, ਉਹ ਚਾਹੇ 1 ਕਿਲੋਮੀਟਰ ਦੂਰ ਹੋ ਚਾਹੇ 10 ਕਿਲੋਮੀਟਰ ਦੂਰ ਹੋਏ। ਉਹਦੇ ਕੋਲ ਸਾਈਕਲ ਹੈ, ਮੋਟਰਸਾਈਕਲ ਹੈ, ਪੈਦਲ ਜਾ ਰਿਹਾ ਨਹੀਂ ਜਾ ਰਿਹਾ, ਚੱਪਲ ਹੈ ਨਹੀਂ ਹੈ, ਮੌਸਮ ਖਰਾਬ ਹੈ, ਪਾਣੀ ਹੈ, ਸਭ ਕੁਝ ਹੈ। ਇਹ ਸਾਰੇ ਕੰਮ ਉਹਨੇ ਜੋ ਕਰਨੇ ਹੈ ਖੇਤ ਤੱਕ ਜਾਣ ਦੇ ਲਈ, ਉਹ ਉਹਦੇ ਲਈ ਥਿੰਗਸ ਟੂ ਡੂ ਹੈ। ਸੋ ਜਦੋਂ ਅਸੀਂ ਐਡਲਟਸ ਆਪਣੇ ਕੰਮ ਕਰਦੇ ਹਾਂ, ਪਹਿਲਾਂ ਸਾਨੂੰ ਇਹ ਡਿਸਾਈਡ ਕਰਨਾ ਹੈ ਕਿ ਸਾਡੇ ਲਈ ਵਰਕ ਟੂ ਡੂ ਕੀ ਹੈ। ਇੱਕ ਕੰਮਕਾਜੀ ਬੰਦੇ ਲਈ ਜੋ ਉਹਨੇ ਆਫਿਸ 'ਚ ਜਾ ਕੇ ਕੰਮ ਕਰਨਾ ਹੈ ਉਹ ਉਹਦੇ ਲਈ ਵਰਕ ਟੂ ਡੂ ਹੈ, ਬਿਕੋਜ਼ ਉਹ ਅਰਨਿੰਗ ਦਾ ਸੋਰਸ ਹੈ। ਬਟ ਉਹ ਸਾਰੀ ਚੀਜ਼ ਦੇ ਕਰਨ ਦੇ ਲਈ ਜੋ ਬਾਕੀ ਚੀਜ਼ਾਂ ਉਹ ਕਰ ਰਿਹਾ, ਸਵੇਰੇ ਉੱਠ ਕੇ ਤਿਆਰ ਹੋਣਾ, ਬਰਸ਼ ਕਰਨਾ, ਇਹ ਕਰਨਾ, ਕਾਰ ਜਾਣਾ, ਖੋਲ੍ਹਣਾ, ਸਰਵਿਸ ਕਰਾਉਣੀ ਤੇ ਬਿਜਲੀ ਦਾ ਬਿੱਲ ਪੇ ਕਰਨਾ, ਇਹ ਸਾਰੀ ਚੀਜ਼ਾਂ ਥਿੰਗਸ ਟੂ ਡੂ ਹੈਗੀਆਂ। ਠੀਕ ਹੈ, ਇਹ ਮੈਂ 2-3 ਐਗਜ਼ਾਮਪਲ ਇਸ ਕਰਕੇ ਦਿੱਤੇ ਕਿ ਜਿਹੜੀ ਚੀਜ਼ਾਂ ਦੇ ਵਿੱਚ ਅੱਜ ਕੱਲ੍ਹ ਸਾਨੂੰ ਦਿੱਕਤ ਆਉਂਦੀ ਹੈ ਵੀ ਮੈਂ ਚਾਬੀ ਰੱਖ ਕੇ ਭੁੱਲ ਗਿਆ, ਇਹ ਚੀਜ਼ ਰੱਖ ਕੇ ਭੁੱਲ ਗਿਆ, ਇਹ ਇਸ ਕਰਕੇ ਰੱਖ ਕੇ ਭੁੱਲ ਗਿਆ, ਉਹ ਸਾਰੀ ਚੀਜ਼ਾਂ ਆਮ ਤੌਰ 'ਤੇ ਥਿੰਗਸ ਟੂ ਡੂ ਦੇ ਵਿੱਚ ਹੈਗੀਆਂ, ਵਰਕਸ ਟੂ ਡੂ ਦੇ ਵਿੱਚ ਨਹੀਂ ਹੁੰਦੀਆਂ। ਸੋ ਇਸ ਚੀਜ਼ ਨੂੰ ਪਹਿਲਾਂ ਸਮਝਣਾ ਜ਼ਰੂਰੀ ਹੈ। ਹੁਣ ਇਹ ਪ੍ਰੋਬਲਮ ਆਉਂਦੀ ਕਿਉਂ ਹੈ? ਇੱਕ ਤਾਂ ਮੈਂ ਤੁਹਾਨੂੰ ਦੱਸਦਾ ਕਿ ਜੋ ਬ੍ਰੇਨ ਦਾ ਵੋਲਿਊਮ ਹੈ ਇਨਫੋਰਮੇਸ਼ਨ ਲੈਣ ਦਾ ਉਹ ਲਿਮਿਟਿਡ ਹੈ ਤੇ ਇਨਫੋਰਮੇਸ਼ਨ ਜ਼ਿਆਦਾ ਆ ਰਹੀ ਹੈ। ਸੋ ਜੇ ਆਪਾਂ ਉਹਨੂੰ ਕੈਟੇਗਰਾਈਜ਼ ਕਰ ਸਕੀਏ ਬਿਟਵੀਨ ਥਿੰਗਸ ਐਂਡ ਵਰਕ, ਉਹ ਸਾਡੇ ਲਈ ਸੌਖਾ ਹੋ ਜਾਏਗਾ। ਬਾਈਫਰਕੇਸ਼ਨ ਆਪਣੇ ਮੈਂਟਲ ਤੁਸੀਂ ਕਰਨਾ ਵੀ ਇਹ ਮੇਰੇ ਲਈ ਇੰਪੋਰਟੈਂਟ ਹੈ, ਇੰਪੋਰਟੈਂਟ ਹੀ ਨਹੀਂ ਹੈ, ਇਹਦੀ ਮੈਨੂੰ ਲੋੜ ਹੀ ਨਹੀਂ ਹੈ।
ਜਿਹੜਾ ਸੈਕਿੰਡ ਪੁਆਇੰਟ ਹੈ ਉਹ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਮੈਜੋਰਿਟੀ ਅਡਲਟਸ ਮਲਟੀਟਾਸਕਿੰਗ ਕਰਦੇ ਆ। ਇੱਕ ਮੈਂ ਜਗ੍ਹਾ ਸਾਇੰਟੀਫਿਕ ਜਰਨਲ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਨਾ ਇੱਕ ਬੰਦਾ ਸੀਗਾ ਜੋ ਕਹਿੰਦਾ ਹੈ ਕਿ ਮੈਂ ਇੰਨਾ ਮੇਰਾ ਸ਼ਾਰਪ ਬ੍ਰੇਨ ਹੈ ਕਿ ਮੈਂ ਤਾਂ ਮਤਲਬ ਇੱਕ ਟਾਈਮ ਤੇ 10 ਕੰਮ ਕਰ ਸਕਦਾ। ਸੋ ਮਲਟੀਟਾਸਕਿੰਗ। ਸੋ ਅੱਜ ਆਪਾਂ ਵੀ ਮਲਟੀਟਾਸਕਿੰਗ, ਹਰ ਬੰਦਾ ਕਹਿੰਦਾ ਮੇਰਾ ਦਿਮਾਗ ਮਲਟੀਟਾਸਕਿੰਗ ਕਰ ਰਿਹਾ। ਜਦੋਂ ਸਾਇੰਟੀਫਿਕਲੀ ਐਨਾਲਾਈਜ਼ ਕੀਤਾ ਗਿਆ ਤੇ ਮਲਟੀਟਾਸਕਿੰਗ ਹਿਊਮਨ ਬ੍ਰੇਨ ਕਰ ਹੀ ਨਹੀਂ ਸਕਦਾ। ਇਟ ਇਜ਼ ਇੰਪੋਸੀਬਲ। ਉਹਨਾਂ ਨੇ ਬਿਲਕੁਲ ਸਿੰਪਲ ਐਗਜ਼ਾਮਪਲ ਦਿੱਤਾ, ਕਹਿੰਦਾ ਤੁਸੀਂ ਕੰਪਿਊਟਰ ਤੇ ਕੰਮ ਕਰ ਰਹੇ ਹੋ, ਤੁਸੀਂ 6 ਸਕਰੀਨ ਇਕੱਠੀਆਂ ਖੋਲੀਆਂ, ਜੇ ਤੁਸੀਂ ਕੰਮ ਕਰੋਗੇ ਤੇ ਪਹਿਲਾਂ ਇੱਕ ਸਕਰੀਨ ਤੋਂ ਕਰਸਰ ਦੂਸਰੀ ਸਕਰੀਨ ਤੇ ਲੈ ਕੇ ਜਾਓਗੇ ਤਾਂ ਕੰਮ ਹੋਏਗਾ, ਪਹਿਲੇ ਵਾਲਾ ਇਨਐਕਟਿਵ ਹੋ ਜਾਏਗਾ। ਤੁਸੀਂ 6 ਦੀ 6 ਕੰਮ ਇਕੱਠੇ ਨਹੀਂ ਕਰ ਸਕਦੇ। ਸੋ ਜੇ ਕੰਪਿਊਟਰ ਨਹੀਂ ਕਰ ਸਕਦਾ, ਤੁਹਾਡਾ ਦਿਮਾਗ ਵੀ ਨਹੀਂ ਕਰ ਸਕਦਾ। ਸੋ ਇਸ ਚੀਜ਼ ਨੂੰ ਅੰਡਰਸਟੈਂਡ ਕਰੋ ਕਿ ਜੋ ਅਸੀਂ ਬੋਸਟ ਕਰਦੇ ਹਾਂ ਕਿ ਅਸੀਂ ਮਲਟੀਟਾਸਕਿੰਗ ਕਰਦੇ ਹਾਂ, ਦੇयर ਇਜ਼ ਨਥਿੰਗ ਲਾਈਕ ਮਲਟੀਟਾਸਕਿੰਗ। ਜੇ ਅਸੀਂ ਇੱਕ ਟਾਈਮ ਦੇ ਉੱਪਰ 5 ਕੰਮ ਕਰ ਰਹੇ ਹਾਂ ਤੇ ਅਸੀਂ ਇੱਕ ਕੰਮ ਤੋਂ ਦੂਸਰੇ ਕੰਮ ਤੇ ਪਹਿਲਾਂ ਸਵਿਚ ਕਰਦੇ ਹਾਂ। ਪਹਿਲਾ ਕੰਮ ਦਾ ਸਾਡਾ ਸਿਸਟਮ ਬੰਦ ਹੁੰਦਾ, ਫਿਰ ਤੀਸਰੇ ਕੰਮ ਤੇ, ਫਿਰ ਚੌਥੇ ਕੰਮ ਤੇ, ਫਿਰ ਪਹਿਲੇ ਤੇ ਗਏ, ਫਿਰ ਉਸ ਤੇ ਗਏ। ਤੇ ਇਹੀ ਜਿਹੜਾ ਬੰਦਾ ਕਲੇਮ ਕਰਦਾ ਸੀਗਾ, ਮਤਲਬ ਉਹਨੂੰ ਇੱਕ ਟਾਈਟਲ ਮਿਲਿਆ ਸੀਗਾ ਕਿ ਉਹ ਮਲਟੀਟਾਸਕਿੰਗ ਕਰਨ ਵਾਲਾ ਵਰਲਡ ਦਾ ਬੈਸਟ ਬ੍ਰੇਨ ਸੀਗਾ। ਉਹਨੂੰ ਸਿੰਪਲ ਟਾਸਕ ਦਿੱਤਾ, ਉਹ ਕਾਰ ਚਲਾਉਂਦੇ ਹੋਏ ਉਹਨੂੰ ਫੋਨ ਦੇ ਦਿੱਤਾ ਤੇ ਫੋਨ ਦੇ ਉੱਪਰ ਉਹਨੇ ਮਤਲਬ ਫੋਨ ਕਾਲ ਰਿਸੀਵ ਕਰਨੇ ਸੀਗੇ ਤੇ ਕੁਝ ਸਿਗਨਲ ਸੀਗੇ ਜਿਨ੍ਹਾਂ ਸਿਗਨਲ ਨੂੰ ਪੜ੍ਹ ਕੇ ਉਹਨੇ ਆਪਣੀ ਕਾਰ ਨੂੰ ਡਰਾਈਵ ਕਰਨਾ ਸੀਗਾ। ਉਹ 5-6 ਮਲਟੀਪਲ ਟਾਸਕ ਹੋ ਗਏ। ਸੋ ਉਹ ਬੰਦਾ ਵੀ ਉਹ ਸਾਰੇ ਟਾਸਕ ਕਰਨ ਦੇ ਵਿੱਚ ਫੇਲ ਹੋ ਗਿਆ, ਜੋ ਕਿ ਬਿਲਕੁਲ ਸਿੰਪਲ ਟਾਸਕ ਸੀਗੇ। ਸੋ ਪਹਿਲਾਂ ਸਾਨੂੰ ਇਹ ਚੀਜ਼ ਨੂੰ ਰਿਅਲਾਈਜ਼ ਕਰਨਾ ਹੈ ਕਿ ਐਜ਼ ਐਨ ਅਡਲਟ ਸਾਡੇ ਕੋਲ ਕੀ ਇਨਫੋਰਮੇਸ਼ਨ ਆ ਰਹੀ ਹੈ, ਕਿਹੜੀ ਇੰਪੋਰਟੈਂਟ ਹੈ, ਕਿਹੜੀ ਨਹੀਂ ਹੈ, ਕਿਹੜਾ ਟਾਸਕ ਹੈ, ਕਿਹੜਾ ਵਰਕ ਹੈ, ਕਿਹੜਾ ਥਿੰਗ ਹੈ। ਤੇ ਇਸ ਚੀਜ਼ ਨੂੰ ਰਿਅਲਾਈਜ਼ ਕਰਨਾ ਹੈ ਕਿ ਅਸੀਂ ਮਲਟੀਟਾਸਕਿੰਗ ਨਹੀਂ ਕਰ ਸਕਦੇ। ਆਪਣੇ ਆਪ ਨੂੰ ਸੌਖਾ ਕਰਕੇ ਜੋ ਮਲਟੀਟਾਸਕਿੰਗ ਵਾਲੇ ਕੰਮ ਹੈ ਉਹਨਾਂ ਨੂੰ ਸੈਗਰੀਗੇਟ ਕਰਕੇ ਇੱਕ ਇੱਕ ਕਰਕੇ ਆਪਾਂ ਕਰੀਏ। ਇਹ ਇੱਕ ਮੋਟੇ ਕਾਜ਼ਸ ਹੋ ਗਏ। ਹੁਣ ਜਿਹੜਾ ਇਹ ਪ੍ਰੋਸੈਸ ਹੈ, ਇਹ ਤਾਂ ਹੈਗਾ ਕਿ ਬੰਦੇ ਨੂੰ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਨਾ, ਉਹਨੂੰ ਕੋਈ ਵੀ ਹੋਰ ਚਿੰਤਾ ਨਹੀਂ, ਕੁਝ ਨਹੀਂ। ਹੁਣ ਤੜਕਾ ਕਿਸ ਤਰ੍ਹਾਂ ਲੱਗਦਾ ਹੈ ਕਿ ਉਹ ਬੰਦੇ ਨੂੰ ਸਟ੍ਰੈਸ ਵੀ ਹੋ ਗਿਆ, ਕੰਮ ਆਪਣੇ ਆਫਿਸ 'ਚ ਕਰ ਰਿਹਾ ਤੇ ਪ੍ਰੋਬਲਮ ਹੈਗੀ ਕਿ ਘਰ ਦੇ ਵਿੱਚ ਪ੍ਰੋਬਲਮ, ਲਾਈਟ ਠੀਕ ਨਹੀਂ ਹੋਈ ਸੀਗੀ ਜਾਂ ਪਲੰਬਰ ਦਾ ਕੰਮ ਹੋਣਾ ਸੀਗਾ, ਅੱਧਾ ਦਿਮਾਗ ਉੱਧਰ ਹੈਗਾ। ਸੋ ਇਹ ਕੰਮ ਕਰਦੇ ਉਹ ਯਾਦ ਨਹੀਂ ਕਰ ਪਾਇਆ। ਸੋ ਇੱਕ ਐਡੀਸ਼ਨਲ ਸਟ੍ਰੈਸ ਜਾਂ ਡਿਸਟਰੈਕਸ਼ਨ ਉਹ ਜਦੋਂ ਹੋ ਗਈ ਤੇ ਇਹ ਜੋ ਕੰਮ ਨਾਰਮਲ ਕਰਨਾ ਸੀਗਾ ਉਹ ਵੀ ਉਹ ਨਹੀਂ ਕਰ ਪਾਇਆ। ਇਹ ਇੱਕ ਕਾਜ਼ ਹੋ ਗਿਆ ਐਡੀਸ਼ਨਲ। ਫਿਰ ਉਸ ਤੋਂ ਇਲਾਵਾ ਉਸ ਬੰਦੇ ਦੀ ਆਪਣੀ ਇਮੋਸ਼ਨਲ ਸਟੇਟ ਕੀ ਸੀਗੀ। ਉਹ ਆਫਿਸ ਨਾ ਕਈ ਵਾਰੀ ਸ਼ੁਗਲ ਹੁੰਦਾ ਹੈ ਕਿ ਯਾਰ ਇਹ ਨਾ ਬੌਸ ਅੱਜ ਮੈਂ ਲੜਾਈ ਕਰ ਰਿਹਾ, ਘਰੋਂ ਲੜ ਕੇ ਆਇਆ, ਅੱਜ ਬੌਸ ਦਾ ਮੂਡ ਬਹੁਤ ਅੱਛਾ ਹੈ ਤੇ ਸਭ ਠੀਕ ਹੈ। ਸੋ ਜਿਹੜੀ ਇਮੋਸ਼ਨਲ ਸਟੇਟ ਹੈ ਉਹ ਸਾਡੇ ਲਈ ਇੰਪੋਰਟੈਂਟ ਹੈ ਕਿ ਅਸੀਂ ਆਪਣੀ ਚੀਜ਼ਾਂ ਨੂੰ ਕਿਸ ਤਰ੍ਹਾਂ ਪਰਫਾਰਮ ਕਰ ਪਾ ਰਹੇ। ਸੋ ਇਹ ਬ੍ਰੌਡਲੀ ਜੋ ਕਾਜ਼ਸ ਐਡਲਟਸ ਦੇ ਵਿੱਚ ਹੈਗੇ ਉਹ ਹੈਗੇ। ਬਿਲਕੁਲ, ਬਹੁਤ ਹੀ ਜਿਹਨੂੰ ਕਹਿੰਦੇ ਡਿਟੇਲ ਦੇ ਵਿੱਚ ਡਾਕਟਰ ਸਾਹਿਬ ਨੇ ਦੱਸਿਆ ਕਿ ਥਿੰਗਸ ਤੇ ਵਰਕ ਦੇ ਵਿੱਚ ਡਿਵੀਜ਼ਨ ਤੁਸੀਂ ਕਰਨਾ ਜਾਂ ਡਿਸਟਰੈਕਸ਼ਨ ਜਿਹੜੀਆਂ ਹੁੰਦੀਆਂ ਉਹਨਾਂ ਦਾ ਧਿਆਨ ਰੱਖਣਾ ਤੇ ਇਮੋਸ਼ਨਲ ਸਟੇਟ ਤੁਹਾਡੀ ਕੀ ਹੈ। ਜੇ ਇਹਨਾਂ ਸਭ ਪੁਆਇੰਟਸ ਦਾ ਤੁਸੀਂ ਧਿਆਨ ਰੱਖੋਗੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮਸਲਾ ਤੁਹਾਨੂੰ ਆ ਰਿਹਾ ਕਿ ਰੋਜ਼ਮਰਰਾ ਦੀ ਚੀਜ਼ਾਂ ਕਰਨਾ ਭੁੱਲ ਜਾਂਦੇ, ਉਹ ਥੋੜ੍ਹਾ ਉਹਦੇ ਵਿੱਚ ਜਿਹਨੂੰ ਕਹਿੰਦੇ ਬਹੁਤ ਹੱਦ ਤੱਕ ਮੈਨੂੰ ਲੱਗਦਾ ਘਾਟਾ ਜਿਹੜਾ ਉਹ ਵੇਖਣ ਨੂੰ ਮਿਲੇਗਾ। ਤੇ ਤੁਹਾਡੇ ਲਾਈਫ ਸਟਾਈਲ ਦੇ ਵਿੱਚ, ਤੁਹਾਡੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀਆਂ ਜਾਂ ਡਾਈਟ ਦੇ ਵਿੱਚ ਕੀ ਤਬਦੀਲੀਆਂ ਹੋਣੀਆਂ ਚਾਹੀਦੀਆਂ, ਇਸ ਬਾਰੇ ਵੀ ਚਰਚਾ ਕਰਾਂਗੇ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਡਾਕਟਰਸ ਸਪੀਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਡਾਕਟਰ ਸਪੀਕ ਤੇ ਅੱਜ ਅਸੀਂ ਚਰਚਾ ਕਰ ਰਹੇ ਇਸ ਵਿਸ਼ੇ ਬਾਰੇ ਜੋ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈ ਕਿ ਰੋਜ਼ਮਰਰਾ ਦੀ ਚੀਜ਼ਾਂ ਕਰਨ ਵਿੱਚ ਅਸੀਂ ਅਕਸਰ ਉਸ ਨੂੰ ਭੁੱਲ ਜਾਂਦੇ ਹਾਂ। ਤੇ ਇਸ ਬਾਰੇ ਚਰਚਾ ਸਾਡੇ ਨਾਲ ਕਰ ਰਹੇ ਨੇ NHS ਹਸਪੀਟਲ ਜਲੰਧਰ ਤੋਂ ਡਾਕਟਰ ਨਵੀਨ ਚਿਤਕਾਰਾ। ਤੇ ਡਾਕਟਰ ਸਾਹਿਬ, ਤੁਸੀਂ ਇਹ ਤਾਂ ਦੱਸਤਾ ਕਿ ਕੀ ਕਾਰਨ ਹੋ ਸਕਦੇ ਨੇ ਤੇ ਕੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰੀਏ। ਹੁਣ ਖਾਸ ਤੌਰ ਤੇ ਜੋ ਲਾਈਫ ਸਟਾਈਲ ਚੇਂਜਸ ਹੈ, ਜਿਵੇਂ ਡਿਸਟਰੈਕਸ਼ਨ ਦਾ ਜ਼ਿਕਰ ਹੋਇਆ ਸੀ ਜਾਂ ਇਮੋਸ਼ਨਲ ਸਟੇਟ ਦਾ ਜ਼ਿਕਰ ਹੋਇਆ ਸੀ ਜਾਂ ਸਟ੍ਰੈਸ ਦਾ ਤੁਸੀਂ ਜ਼ਿਕਰ ਕੀਤਾ, ਤੇ ਲਾਈਫ ਸਟਾਈਲ ਚੇਂਜਸ ਕਿਹੜੇ ਕਰਨੇ ਚਾਹੀਦੇ ਨੇ ਸਾਨੂੰ? ਇਹਦੇ ਵਿੱਚ ਨਾ 3 ਚੀਜ਼ਾਂ ਇੰਪੋਰਟੈਂਟ ਹੈਗੀਆਂ। ਪਹਿਲਾਂ ਤਾਂ ਜੋ ਤੁਸੀਂ ਕੰਮ ਕਰ ਰਹੇ ਹੋ ਕਿਸ ਤਰ੍ਹਾਂ ਕਰਨਾ। ਥਰਡ ਪੁਆਇੰਟ ਹੈਗਾ ਕਿ ਟੈਕਨੋਲੋਜੀ ਦਾ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ ਆਪਾਂ। ਤੇ ਵਿਚਕਾਰਲਾ ਜਿਹੜਾ ਪੁਆਇੰਟ ਹੈ ਉਹ ਹੈਗਾ ਕਿ ਅਸੀਂ ਹਰ ਰੋਜ਼ ਕੀ ਛੋਟੀ ਬਦਲਾਵ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਦੇ ਹਾਂ ਤਾਂ ਕਿ ਉਹ ਸਾਡੇ ਇਹ ਜਿਹੜੇ ਪਹਿਲਾ ਤਾਂ ਤੀਸਰਾ ਪੁਆਇੰਟ ਸੀਗਾ ਉਹਨੂੰ ਹੈਲਪ ਕਰ ਸਕੀਏ। ਸੋ ਮੈਂ ਦੂਸਰੇ ਦਾ ਪਹਿਲਾਂ ਇੱਕ ਗਿਣਾ ਦਿੰਦਾ। ਜਿਵੇਂ ਕਹਿੰਦੇ ਵੀ ਨੀਂਦ ਪ੍ਰੋਪਰ ਹੋਣੀ ਚਾਹੀਦੀ ਹੈ, ਜਿਹੜੀ ਡਾਈਟ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ, ਹੈਲਦੀ ਡਾਈਟ ਹੋਣੀ ਚਾਹੀਦੀ ਹੈ, ਕਿਸ ਟਾਈਮ 'ਤੇ ਖਾਣਾ ਹੈ ਉਹ ਇੰਪੋਰਟੈਂਟ ਹੈ, ਥੋੜ੍ਹਾ ਮੈਡੀਟੇਟ ਕਰਨਾ ਤੁਹਾਨੂੰ, ਅਤੇ ਜਿਹੜੇ ਕੈਨਡ ਫੂਡਸ ਹੈ ਉਹ ਨਹੀਂ ਖਾਣੇ ਚਾਹੀਦੇ, ਜਿਹੜਾ ਸਟ੍ਰੈਸ ਹੈ ਉਹ ਥੋੜ੍ਹਾ ਜਿਹਾ ਅਵੋਇਡ ਕਰਨਾ ਚਾਹੀਦਾ ਹੈ, ਜਿਹੜਾ ਕੰਮ ਹੈ ਉਹਨੂੰ ਪ੍ਰੋਪਰਲੀ ਆਪਾਂ ਕਰ ਲਈਏ, ਵੇਟ ਦਾ ਕੰਟਰੋਲ ਹੈ ਉਹ ਹੋਣਾ ਚਾਹੀਦਾ ਹੈ, ਐਕਸਰਸਾਈਜ਼ ਇਹ ਪ੍ਰੋਪਰ ਹੋਣੀ ਚਾਹੀਦੀ ਹੈ। ਅਤੇ ਬਹੁਤ ਵਾਰੀ ਇਹ ਕਹਿੰਦੇ ਆ ਕਿ ਥਿੰਗਸ ਵਿਚ ਆਰ ਕਿ ਜਿਹੜੀ ਚੀਜ਼ਾਂ ਪੌਦਿਆਂ ਅਤੇ ਪੇੜਾਂ ਦੇ ਉੱਪਰ ਉਗਦੀਆਂ ਨੇ ਉਹਨਾਂ ਨੂੰ ਜ਼ਿਆਦਾ ਖਾਣਾ ਹੈ,
ਤੇ ਜਿਹੜੀ ਚੀਜ਼ਾਂ ਫੈਕਟਰੀਆਂ ਦੇ ਵਿੱਚ ਬਣਦੀਆਂ ਉਹਨਾਂ ਨੂੰ ਘੱਟ ਕਰਨਾ, ਪ੍ਰੋਸੈਸਡ ਨੂੰ ਅਵੋਇਡ ਕਰੋ। ਪ੍ਰੋਸੈਸ ਨੂੰ ਅਵੋਇਡ ਕਰਨਾ, ਕੋਈ ਵੀ ਪੈਕਡ ਜਾਂ ਟਿਨ ਨੂੰ ਅਵੋਇਡ ਕਰਨਾ, ਜੂਸ ਜੇ ਲੈਣਾ ਤਾਂ ਫਰੈਸ਼ ਤੇ ਉਹ ਨਹੀਂ ਲੈਣਾ। ਸੋ ਇਹ ਕੁਝ ਲਾਈਫ ਸਟਾਈਲ ਦੀ ਚੀਜ਼ਾਂ ਹੈਗੀਆਂ ਜਿਨ੍ਹਾਂ ਦਾ ਸਾਨੂੰ ਡੇ ਟੂ ਡੇ ਬੇਸਿਸ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਜੋ ਬ੍ਰੇਨ ਹੈ ਉਹ ਜ਼ਿਆਦਾ ਹੈਲਦੀ ਬਣ ਸਕੇ। ਇਹਨਾਂ ਨੂੰ ਯਾਦ ਰੱਖਣ ਦਾ ਵੀ ਕੋਈ ਤਰੀਕਾ, ਜਿਹੜੇ ਭੁੱਲ ਜਾਂਦੇ ਨੇ ਉਹ ਯਾਦ ਰੱਖਣ ਇਹਨਾਂ ਨੂੰ? ਹਾਂ, ਉਹਦੇ ਲਈ ਜੋ ਆਪਾਂ ਫਰਸਟ ਐਪੀਸੋਡ ਬੱਚਿਆਂ ਵਾਲਾ ਕੀਤਾ ਸੀਗਾ ਨਾ, ਕਿ ਇਮੇजेस ਜਾਂ ਕਿਸ ਚੀਜ਼ ਨਾਲ ਲਿੰਕ ਕਰ ਦਿਓ। ਸੋ ਤੁਸੀਂ ਈਜ਼ੀਲੀ ਲਿੰਕ ਕਰ ਸਕਦੇ ਹੋ ਕਿ ਆਪਣੀ ਪੂਰੇ ਦਿਨ ਦੇ ਵਿੱਚ ਉੱਠ ਕੇ ਤੇ ਰਾਤ ਨੂੰ ਸੌਣ ਤੱਕ ਦੇ ਵਿੱਚ ਕੀ ਕਰਨਾ ਹੈ। ਸੋ ਟਾਈਮ ਨਾਲ ਉੱਠਣਾ ਹੈ, ਫਿਰ ਮੈਡੀਟੇਟ ਕਰਨਾ ਹੈ, ਐਕਸਰਸਾਈਜ਼ ਕਰਨੀ ਹੈ, weight loss ਕਰਨਾ ਹੈ, ਫਿਰ ਬ੍ਰੇਕਫਾਸਟ ਹੈਲਦੀ ਕਰਨਾ ਹੈ, ਕੈਂਡ ਫੂਡ ਟਿਨ ਫੂਡ ਨਹੀਂ ਖਾਣਾ, ਹੈਲਦੀ ਫੂਡ ਖਾਣਾ ਹੈ। ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਸਲੀਪ ਸਾਈਕਲ ਦਾ ਪ੍ਰੋਪਰ ਧਿਆਨ ਰੱਖਣਾ ਹੈ, ਐਲਕੋਹਲ ਘੱਟ ਪੀਣਾ। ਸੋ ਜਦੋਂ ਤੁਸੀਂ ਇੱਕ ਆਪਣੇ ਦਿਨਚਰਿਆ ਦੇ ਵਿੱਚ ਇਹਨੇ ਸਾਰੀ ਚੀਜ਼ਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋਗੇ, ਤੁਹਾਨੂੰ ਯਾਦ ਨਹੀਂ ਕਰਨਾ ਪੈਣਾ, ਉਹ ਆਟੋਮੈਟਿਕਲੀ ਫਲੋ ਦੇ ਵਿੱਚ ਆ ਜਾਏਗਾ। ਤੇ ਇੱਥੇ ਡਾਈਟ ਦਾ ਡਾਕਟਰ ਸਾਹਿਬ ਚਾਹਾਂਗੇ, ਕਿਉਂਕਿ ਡਾਈਟ ਨੂੰ ਲੈ ਕੇ ਕੋਈ ਖਾਸ ਚੇਂਜਸ ਉਹਦੇ 'ਚ ਵੀ ਕਰਨੇ ਪੈਂਦੇ? ਮਤਲਬ ਮੈਮਰੀ ਦੇ ਲਈ ਸਿਰਫ ਇਹੀ ਹੈ ਕਿ ਜੋ ਨੈਚੁਰਲ ਫੂਡਸ ਹੈਗੇ ਉਹ ਸਾਨੂੰ ਜ਼ਿਆਦਾ ਖਾਣੇ ਚਾਹੀਦੇ ਐਜ਼ ਕੰਪੇਅਰ ਟੂ, ਬਹੁਤ ਵਾਰੀ ਨਾ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਉਹ ਕੈਫੀਨੇਟਿਡ ਡਰਿੰਕਸ ਅਵੇਲੇਬਲ ਹੈਗੀਆਂ ਤੇ ਉਹ ਬਹੁਤੀ ਲੋਕੀ ਆਪਣੇ ਆਪ ਬ੍ਰੇਨ ਨੂੰ ਐਕਟਿਵ ਕਰਨ ਦੇ ਲਈ ਉਹ ਪੀਂਦੇ ਨੇ। ਇੱਕ ਸ਼ਾਰਟ ਟਰਮ ਗੇਨ ਤਾਂ ਉਹਨਾਂ ਨੂੰ ਬ੍ਰੇਨ ਦੀ ਐਕਟੀਵਿਟੀ ਲਈ ਸ਼ਾਇਦ ਮਿਲ ਜਾਏ, ਲੇਕਿਨ ਲੌਂਗ ਟਰਮ ਉਹ ਨੁਕਸਾਨ ਹੀ ਹੁੰਦਾ। ਮਤਲਬ ਅੱਜ ਕੱਲ੍ਹ ਜ਼ਿਆਦਾਤਰ ਦੇਖ ਰਹੇ ਕਿ ਉਸ ਤਰੀਕੇ ਨਾਲ ਐਡ ਕੀ ਇਹਦੇ 'ਚ ਇੰਨਾ % ਆਫ ਕੈਫੀਨ ਹੈ, ਜਾਂ ਕਿ ਹਲਦੀ ਸ਼ਾਟਸ ਵੀ ਚੱਲ ਪਏ ਨੇ ਅੱਜ ਕੱਲ੍ਹ। ਉਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ। ਸੋ ਇਹ ਤਾਂ ਹੋ ਗਿਆ ਜਿਹੜਾ ਮਿਡਲ ਵਾਲਾ ਪਾਰਟ ਸੀਗਾ। ਜਿਹੜਾ ਪਹਿਲਾ ਪਾਰਟ ਸੀਗਾ ਕਿ ਕਿਸ ਤਰ੍ਹਾਂ ਆਪਾਂ ਚੀਜ਼ਾਂ ਨੂੰ ਜ਼ਿਆਦਾ ਬੈਟਰ ਮੈਮੋਰਾਈਜ਼ ਕਰ ਸਕਦੇ ਹਾਂ। ਉਹਦੇ ਵਿੱਚ ਕੀ ਹੈਗਾ ਕਿ ਜਿਹੜੀ ਚੀਜ਼ਾਂ ਦੇ ਵਿੱਚ ਤੁਹਾਨੂੰ ਆਪਣੀ ਕਮਜ਼ੋਰੀ ਲੱਗਦੀ ਹੈ, ਸਪੈਸੀਫਿਕਲੀ ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਚੀਜ਼ਾਂ ਰੱਖ ਕੇ ਭੁੱਲ ਜਾਂਦਾ ਜਾਂ ਇਹ ਚੀਜ਼ਾਂ ਮੇਰੇ ਲਈ ਇੰਪੋਰਟੈਂਟ ਹੈਗੀਆਂ ਕੰਮ ਤੋਂ ਇਲਾਵਾ, ਉਹ ਸਪੈਸੀਫਿਕ ਚੀਜ਼ਾਂ ਦੇ ਲਈ ਤੁਹਾਨੂੰ ਆਪਣੇ ਆਪ ਨੂੰ ਟਾਈਮ ਕਰਨਾ ਪਏਗਾ। ਕਿ ਮੈਂ ਚਾਬੀ ਰੱਖ ਕੇ ਭੁੱਲਦਾ ਨਾ, ਤਾਂ ਇੱਕ ਸਪੈਸੀਫਿਕ ਜਗ੍ਹਾ ਹੋਏ ਚਾਬੀ ਰੱਖਣ ਦੀ, ਇੱਕ ਤੁਹਾਨੂੰ ਰੂਟੀਨ ਬਣਾਉਣਾ ਵੀ ਇੱਥੇ ਚਾਬੀ ਰੱਖਣੀ, ਇੱਥੋਂ ਚਾਬੀ ਚੱਕਣੀ ਹੈ। ਇਹ ਇੱਕ ਰੂਟੀਨ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਕੋਈ ਵੀ ਸਾਡੇ ਵਿੱਚੋਂ, ਜਦੋਂ ਅਸੀਂ ਕਾਰ ਚਲਾਉਣੀ ਸਿੱਖੀ ਸੀਗੀ ਤੇ ਸਾਨੂੰ ਪਹਿਲਾਂ ਨਾ ਉਹ ਰੱਟਾ ਲਗਾਇਆ ਸੀਗਾ ABC, ਪਹਿਲਾਂ ਇਹ ਕਲੱਚ ਦਬਾਉਣਾ ਹੈ, ਫਿਰ ਗੇਅਰ ਚੇਂਜ ਕਰਨਾ ਹੈ, ਫਿਰ ਕਲੱਚ ਛੱਡਣਾ ਹੈ, ਫਿਰ ਐਕਸੀਲੇਟਰ ਦਬਾਉਣਾ ਹੈ। ਤੇ ਅਸੀਂ ਸ਼ਾਇਦ ਉਸ ਟਾਈਮ ਦਿਮਾਗ 'ਚ ਰੱਟਾ ਵੀ ਮਾਰਿਆ ਹੋਏਗਾ ਵੀ ਕਿਸ ਤਰ੍ਹਾਂ ਕਾਰ ਚਲਾਉਣੀ ਹੈ। ਬਟ ਜਦੋਂ ਰੋਜ਼ ਆਪਾਂ ਇਹੀ ਕੰਮ ਕਰੀ ਗਏ ਤੇ ਉਹ ਆਟੋਮੈਟਿਕ ਰੂਟੀਨ ਹੈ ਕਿ ਹੁਣ ਤਾਂ ਉਹ ਮਤਲਬ ਕਦੋਂ ਬ੍ਰੇਕ ਲੱਗਦੀ ਹੈ, ਕਦੋਂ ਕੀ ਹੁੰਦਾ ਸਾਨੂੰ ਪਤਾ ਵੀ ਲੱਗਦਾ, ਆਪਾਂ ਸਾਰੇ ਕੰਮ ਕਰੀ ਜਾ ਰਹੇ ਹਾਂ। ਸੋ ਟ੍ਰੇਨਿੰਗ ਸਾਨੂੰ ਆਪਣੇ ਬ੍ਰੇਨ ਦੀ ਕਰਨੀ। ਸਭ ਤੋਂ ਪਹਿਲਾਂ ਇਹ ਚੀਜ਼ ਦੀ ਆਇਡੈਂਟੀਫਿਕੇਸ਼ਨ ਹੋਣੀ ਜ਼ਰੂਰੀ ਹੈ ਕਿ ਤੁਸੀਂ ਆਪਣਾ ਯਾਦ ਕਰੋ ਵੀ ਮੈਨੂੰ ਮਹੀਨੇ 2 ਮਹੀਨੇ 3 ਮਹੀਨੇ ਦੇ ਵਿੱਚ ਕਿਹੜੀ ਐਸੀ ਪ੍ਰੋਬਲਮ ਹੈਗੀਆਂ ਜਿਹੜੀ ਮੈਨੂੰ ਦਿੱਕਤ ਕੌਜ਼ ਕਰ ਰਹੀਆਂ ਨੇ। ਉਹਨਾਂ ਚੀਜ਼ਾਂ ਨੂੰ ਇੱਕ ਟਾਈਮਡ ਤਰੀਕੇ ਦੇ ਨਾਲ 5 6 7 10 15 ਵਾਰੀ ਰਿਹਰਸ ਕਰੋ ਕਿ ਚਾਬੀ ਮੈਂ ਇੱਥੇ ਹੀ ਰੱਖਣੀ ਹੈ, ਇੱਥੋਂ ਰੱਖ ਕੇ ਇਸ ਜਗ੍ਹਾ। ਮੇਰੇ ਘਰ 'ਚ ਰਿਮੋਟ ਨਹੀਂ ਮਿਲਦਾ ਨਾ, ਤੇ ਮੈਨੂੰ ਲੱਗਦਾ ਹੈ ਕਿ ਮੈਂ ਰਿਮੋਟ ਹਮੇਸ਼ਾ ਇਸੇ ਜਗ੍ਹਾ 'ਤੇ ਹਮੇਸ਼ਾ ਹੀ ਆ ਕੇ ਰੱਖਦਾ ਸੀਗਾ, ਜੇ ਇੱਥੇ ਨਹੀਂ ਮਿਲਿਆ ਤਾਂ ਗੁੰਮ ਹੋ ਗਿਆ। ਮਤਲਬ ਮੈਨੂੰ ਆਪਣੀ ਬ੍ਰੇਨ ਦੀ ਮੈਮਰੀ ਦੇ ਉੱਪਰ ਇਤਨਾ ਉਹ ਹੈ। ਬਟ ਇਹ ਮੈਮਰੀ ਨਹੀਂ ਹੈ, ਐਕਚੁਅਲੀ ਤੁਸੀਂ ਆਪਣੇ ਬ੍ਰੇਨ ਨੂੰ ਟ੍ਰੇਨ ਕਰਤਾ। ਜਿਹੜੀ ਥਰਡ ਮੈਂ ਤੁਹਾਨੂੰ ਚੀਜ਼ ਕਹੀ ਸੀਗੀ ਉਹ ਸੀਗੀ ਰੋਲ ਆਫ ਟੈਕਨੋਲੋਜੀ। ਕਿ ਆਪਾਂ ਥਿੰਗਸ ਵੀ ਡਿਸਕਸ ਕਰ ਲਿਆ, ਵਰਕ ਟੂ ਬੀ ਡਨ ਡਿਸਕਸ ਕਰ ਲਿਆ। ਤੁਸੀਂ ਆਪਣੇ ਕੰਮਾਂ ਨੂੰ ਡਿਸਾਈਡ ਕਰੋ ਕਿ ਕਿਹੜੇ ਕੰਮ ਹੈਗੇ ਜਿਹੜੇ ਤੁਹਾਨੂੰ ਯਾਦ ਕਰਨ ਦੀ ਲੋੜ ਹੀ ਨਹੀਂ ਹੈ। ਫਰੈਂਡ ਆ ਕੇ ਮੈਨੂੰ ਕਹਿੰਦਾ ਯਾਰ ਤੈਨੂੰ ਮੇਰਾ ਬਰਥਡੇ ਯਾਦ ਨਹੀਂ ਰਹਿੰਦਾ, ਮੈਂ ਕਿਹਾ ਯਾਰ ਮੇਰੀ ਏਜ ਹੋ ਗਈ ਯਾਦ ਨਹੀਂ ਰਹਿੰਦਾ। ਉਹ ਕੋਈ ਹੋਰ ਕਿਸੇ ਹੋਰ ਚੀਜ਼ ਦੀ ਸ਼ਿਕਾਇਤ ਕਰ ਦਿੰਦਾ, ਤੈਨੂੰ ਮੇਰੀ ਐਨਵਰਸਰੀ ਯਾਦ ਨਹੀਂ ਆਈ। ਇਹ ਕੰਪਲੇਂਟ ਜ਼ਿਆਦਾ ਵਾਈਫ ਵੱਲੋਂ ਕੀਤੀ ਉਹ ਵਾਈਫ ਵੱਲੋਂ ਹੁੰਦੀ ਹੈ। ਸੋ ਇਹ ਚੀਜ਼ਾਂ ਹੈਗੀਆਂ ਤਾਂ ਇੰਪੋਰਟੈਂਟ, ਲੇਕਿਨ ਮੇਰੇ ਲਈ ਇਹ ਜ਼ਰੂਰੀ ਨਹੀਂ ਕਿ ਮੈਂ ਆਪਣੇ ਦਿਮਾਗ ਦੀ ਯਾਦ ਸ਼ਕਤੀ ਉਸ ਦੇ ਲਈ ਇਸਤੇਮਾਲ ਕਰਾਂ, ਬਿਕੋਜ਼ ਉਹ ਕਮਰਾ ਰੂਹ ਵਾਲਾ ਸਿਸਟਮ ਤਾਂ ਉਹੀ ਰਹਿਣਾ। ਸੋ ਸੈਕਿੰਡ ਸਟੈਪ ਜੋ ਕਰਨਾ ਹੈ ਉਹ ਇਹ ਕਰਨਾ ਹੈ ਕਿ ਜਿਹੜੀ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਰਿਮਾਈਂਡਰਸ ਲਗਾ ਕੇ ਜਾਂ ਫੋਨ ਦੇ ਇਸਤੇਮਾਲ ਕਰਕੇ ਜਾਂ ਕੰਪਿਊਟਰ ਦੇ ਇਸਤੇਮਾਲ ਕਰਕੇ ਤੁਹਾਨੂੰ ਲੋੜ ਹੀ ਨਹੀਂ ਯਾਦ ਕਰਨ ਦੀ, ਉਹ ਸਾਰੀ ਇਨਫੋਰਮੇਸ਼ਨ ਨੂੰ ਫਿਲਟਰ ਕਰ ਦਿਓ। ਆਪਣੇ ਬ੍ਰੇਨ ਨੂੰ ਟ੍ਰੇਨ ਕਰੋ ਮੈਂ ਇਹ ਯਾਦ ਹੀ ਨਹੀਂ ਰੱਖਣਾ, ਬਿਕੋਜ਼ ਤੁਹਾਡੇ ਰਿਮਾਈਂਡਰ ਹੈ, ਤੁਹਾਨੂੰ ਇਨਫੋਰਮੇਸ਼ਨ ਆ ਜਾਏਗੀ, ਤੁਸੀਂ ਆਪਣਾ ਕੰਮ ਕਰ ਲਿਆ। ਇੱਕ ਛੋਟਾ ਜਿਹਾ ਐਗਜ਼ਾਮਪਲ ਸੀਗਾ ਕਿ ਜਦੋਂ ਅਸੀਂ ਬੱਚੇ ਸੀਗੇ ਨਾ, ਤੇ ਸਕਸੈਸਫੁਲ ਜਾਂ ਮੋਸਟ ਇੰਟੈਲੀਜੈਂਟ ਬੱਚਾ ਕੌਣ ਸੀਗਾ? ਉਹ ਬੱਚਾ ਉਹ ਸੀਗਾ ਜਿਹੜਾ ਕਿ ਸਾਰਾ ਕੁਝ ਯਾਦ ਕਰ ਸਕਦਾ ਸੀਗਾ। ਜਦੋਂ ਅਸੀਂ ਵੱਡੇ ਹੁੰਦੇ ਆ ਨਾ, ਤੇ ਸਾਡੇ ਲਈ ਯਾਦਾਸ਼ਤ ਉਨੀ ਇੰਪੋਰਟੈਂਟ ਨਹੀਂ ਹੈ। ਸਾਡੇ ਲਈ ਸਕਿੱਲ ਤੇ ਉਸ ਮੈਮਰੀ ਦਾ ਕਿਸ ਤਰ੍ਹਾਂ ਆਪਾਂ ਬੈਟਰ ਇਸਤੇਮਾਲ ਕਰ ਸਕਦੇ ਹਾਂ ਉਹ ਜ਼ਿਆਦਾ ਜ਼ਰੂਰੀ ਹੈ। ਕਈ ਵਾਰ ਨਾ ਆਪਾਂ ਨਿਊਜ਼ ਤੇ ਬਾਕੀ ਦੇਖਦੇ ਹਾਂ ਵੀ ਫਲਾ ਬਹੁਤ ਸਕਸੈਸਫੁਲ ਬੰਦਾ ਸੀ, ਕੋਈ 10ਵੀਂ ਪੜ੍ਹਿਆ ਸੀਗਾ, 12ਵੀਂ ਪੜ੍ਹਿਆ ਸੀਗਾ, ਫਿਰ ਉਹ ਸਕਸੈਸਫੁਲ ਕਿਉਂ ਹੋ ਗਏ? ਸੋ ਜੇ ਆਪਾਂ ਸਕਸੈਸਫੁਲ ਹੋਣਾ ਹੈ ਤੇ ਇਹ ਜ਼ਰੂਰੀ ਨਹੀਂ ਹੈ ਕਿ ਸਾਨੂੰ ਸਭ ਕੁਝ ਯਾਦ ਹੀ ਰੱਖਣਾ ਹੈ। ਸੋ ਇਹ ਤੁਸੀਂ ਫਿਲਟਰ ਬ੍ਰੇਨ 'ਚ ਲਗਾ ਸਕਦੇ ਹੋ ਕਿ ਕਿਹੜੀ ਚੀਜ਼ਾਂ ਲਿਖ ਲਓ ਕਾਗਜ਼ ਉੱਪਰ, ਕਿਹੜੀ ਚੀਜ਼ਾਂ ਹੈ ਜਿਹਨੂੰ ਮੈਨੂੰ ਯਾਦ ਰੱਖਣਾ ਹੀ ਨਹੀਂ। ਸੋ ਆਟੋਮੈਟਿਕਲੀ ਜਿਹੜੀ ਇਨਫੋਰਮੇਸ਼ਨ ਬ੍ਰੇਨ ਨੂੰ ਜਾ ਰਹੀ ਉਹ ਘਟ ਜਾਏਗੀ, ਤੇ ਜਿਹੜੀ ਜ਼ਰੂਰੀ ਚੀਜ਼ਾਂ ਹੈਗੀਆਂ ਉਹ ਯਾਦ ਰਹਿਣੀ ਸ਼ੁਰੂ ਹੋ ਜਾਣਗੀਆਂ।
ਬਿਲਕੁਲ ਅੱਜ ਦੇ ਦੌਰ 'ਚ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਟੈਕਨੋਲੋਜੀ ਦੇ ਉੱਤੇ ਇਲਜ਼ਾਮ ਤਾਂ ਬਹੁਤ ਸਾਰੇ ਲੱਗਦੇ ਨੇ ਕਿ ਟੈਕਨੋਲੋਜੀ ਦੇ ਕਾਰਨ ਬ੍ਰੇਨ ਜਿਹੜਾ ਉਹਦੇ 'ਤੇ ਅਸਰ ਬਹੁਤ ਜ਼ਿਆਦਾ ਹੋ ਰਿਹਾ, ਪਰ ਟੈਕਨੋਲੋਜੀ ਦਾ ਸਹੀ ਇਸਤੇਮਾਲ, ਪੋਜ਼ਿਟਿਵ ਇਸਤੇਮਾਲ ਕਰਕੇ ਵੀ ਤੁਸੀਂ ਚੀਜ਼ਾਂ ਨੂੰ ਮੈਮੋਰਾਈਜ਼ ਜਿਹੜਾ ਉਹ ਕਰ ਸਕਦੇ ਹੋ। ਅਤੇ ਇੱਥੇ ਜਿਹੜੇ ਖਾਸ ਧਿਆਨ ਦੇਣ ਵਾਲੀ ਗੱਲ ਹੈ ਉਹ ਇਹ ਵੀ ਹੈ ਕਿ ਤੁਸੀਂ ਅਨਲਰਨ ਕੀ ਕਰਨਾ ਹੈ ਤਾਂ ਕਿ ਤੁਸੀਂ ਯਾਦ ਜਿਹੜਾ ਉਹ ਰੱਖ ਸਕੋ। ਫਿਲਹਾਲ ਚਰਚਾ ਜਿਹੜੀ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗੀ। ਤੁਸੀਂ ਵੇਖਦੇ ਰਹੋ ਡਾਕਟਰਸ ਸਪੀਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਡਾਕਟਰ ਸਪੀਕ ਤੇ ਅੱਜ ਦਾ ਵਿਸ਼ਾ ਜਿਹੜਾ ਹੈ ਉਹ ਤੁਹਾਡਾ, ਮੈਨੂੰ ਲੱਗਦਾ ਕਿ ਫੇਵਰੇਟ ਵਿਸ਼ਾ ਹੋ ਸਕਦਾ ਹੈ ਕਿ ਰੋਜ਼ਮਰਰਾ ਦੀ ਚੀਜ਼ਾਂ ਨੂੰ ਕਿਵੇਂ ਅਸੀਂ ਯਾਦ ਰੱਖੀਏ। ਤੇ ਇਸ ਬਾਰੇ ਚਰਚਾ ਸਾਡੇ ਨਾਲ ਕਰ ਰਹੇ ਨੇ NHS ਹਸਪੀਟਲ ਜਲੰਧਰ ਤੋਂ ਡਾਕਟਰ ਨਵੀਨ ਚਿਤਕਾਰਾ। ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਡਿਟੇਲ 'ਚ ਦੱਸ ਰਹੇ ਹੋ, ਮੈਨੂੰ ਲੱਗਦਾ ਕਾਫੀ ਬੈਨੀਫੀਸ਼ੀਅਲ ਸਾਡੇ ਵਿਊਅਰਸ ਲਈ ਅੱਜ ਦਾ ਟੌਪਿਕ ਵੀ ਹੋ ਰਿਹਾ। ਤੇ ਉਹ ਸਟੇਜ ਕਦੋਂ ਆਉਂਦੀ ਹੈ ਕਿ ਜਦ ਇਨਸਾਨ ਨੂੰ ਮੈਡੀਕਲ ਸਲਾਹ ਦੀ, ਡਾਕਟਰੀ ਸਲਾਹ ਦੀ ਜਿਹੜੀ ਹੈ ਉਹ ਜ਼ਰੂਰਤ ਪੈਂਦੀ ਹੈ ਯਾਦਦਾਸ਼ਤ ਦੇ ਹਵਾਲੇ ਨਾਲ? ਮੈਂ ਹੁਣੇ ਤੁਹਾਨੂੰ ਦੱਸਿਆ ਕਿ ਚਾਬੀਆਂ ਰੱਖ ਕੇ ਭੁੱਲ ਗਏ, ਸਾਡੇ ਕੋਲ ਬਹੁਤ ਪੇਸ਼ੈਂਟਸ ਆਉਂਦੇ ਨੇ। ਉਹ ਐਕਚੁਅਲੀ ਡਾਕਟਰੀ ਸਲਾਹ ਦੀ ਲੋੜ ਨਹੀਂ, ਆਪਾਂ ਇਹ ਜਿਹੜੇ ਟ੍ਰਿਕਸ ਦੱਸੇ ਇਹਨਾਂ ਦੇ ਨਾਲ ਆਪਾਂ ਕਰ ਸਕਦੇ ਹਾਂ। ਜਦੋਂ ਐਡਲਟ ਏਜ ਦੇ ਵਿੱਚ ਸਾਨੂੰ ਕੋਈ ਚੀਜ਼ ਯਾਦ ਕਰਨ ਲਈ ਸਪੈਸੀਫਿਕਲੀ ਕਹੀ ਜਾਂਦੀ ਹੈ, ਤੇ ਜੋ ਆਪਣਾ ਪਿਛਲਾ ਐਪੀਸੋਡ ਸੀਗਾ ਉਹਦੇ ਵਿੱਚ ਆਪਾਂ ਕੁਝ ਟ੍ਰਿਕਸ ਇਸਤੇਮਾਲ ਕੀਤੇ ਸੀ ਕਿ ਆਪਾਂ ਯਾਦ ਕਰ ਸਕੀਏ। ਜੇ ਉਹ ਯਾਦ ਕਰਨ ਦੇ ਸਭ ਤਰੀਕਿਆਂ ਦੇ ਬਾਵਜੂਦ ਵੀ ਸਾਨੂੰ ਲੱਗਦਾ ਹੈ ਕਿ ਅਸੀਂ ਉਹ ਚੀਜ਼ਾਂ ਨੂੰ ਯਾਦ ਨਹੀਂ ਰੱਖ ਪਾ ਰਹੇ, ਜਾਂ ਜੋ ਯਾਦ ਸ਼ਕਤੀ ਹੈ ਮੇਰੇ ਜੋ ਸਮ ਉਮਰ, ਮੇਰੇ ਨਾਲ ਵਾਲੇ ਹਮ ਉਮਰ ਜਿਹੜੇ ਬੰਦੇ ਹੈਗੇ, ਉਹਨਾਂ ਦੇ ਨਾਲ ਕੰਪੈਰੀਜ਼ਨ ਜੇ ਮੈਂ ਕਰਦਾ ਮੈਨੂੰ ਚੀਜ਼ਾਂ ਘੱਟ ਯਾਦ ਰਹਿੰਦੀਆਂ। ਸੋ ਇਹ ਦੋ ਕੰਡੀਸ਼ਨ ਦੇ ਵਿੱਚ ਤੁਹਾਨੂੰ ਡਾਕਟਰਸ ਦੇ ਕੋਲ ਜ਼ਰੂਰ ਜਾਣਾ ਚਾਹੀਦਾ ਹੈ। ਤੇ ਜਿਹੜੀ ਪਹਿਲੀ ਇਨਵੈਸਟੀਗੇਸ਼ਨ ਹੈ ਉਹ ਇੱਕ MRI ਕੀਤਾ ਜਾਂਦਾ ਹੈ ਤਾਂ ਕਿ ਸਾਨੂੰ ਕੁਝ ਚੀਜ਼ਾਂ ਦੇਖਣੀਆਂ ਹੁੰਦੀਆਂ ਬ੍ਰੇਨ ਦੇ ਸਟਰਕਚਰ ਦੇ ਵਿੱਚ। ਤੇ ਕਈ ਵਾਰੀ ਕੁਝ ਆਪਰੇਸ਼ਨ ਦੀ ਵੀ ਲੋੜ ਪੈ ਜਾਂਦੀ ਹੈ ਜਾਂ ਦਵਾਈਆਂ ਦੇ ਨਾਲ ਅਸੀਂ ਉਸ ਚੀਜ਼ ਨੂੰ ਬੈਟਰ ਕਰ ਸਕਦੇ ਹਾਂ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਜੋ ਯਾਦਾਸ਼ਤ ਦਾ ਘੱਟ ਹੋਣਾ ਹੈ ਉਹ ਆਪਣੇ ਸਮੇਂ ਤੋਂ ਪਹਿਲਾਂ ਤੇ ਜ਼ਿਆਦਾ ਹੋ ਰਿਹਾ ਹੈ, ਫਿਰ ਸਾਨੂੰ ਡਾਕਟਰ ਕੋਲ ਜਾਣਾ ਚਾਹੀਦਾ। ਮਤਲਬ ਇੰਝ ਵੀ ਹੁੰਦਾ ਕਿ ਕਦੇ ਸਿਰ ਤੇ ਕੋਈ ਸੱਟ ਅਜਿਹੀ ਲੱਗੀ ਤੇ ਉਸ ਪਾਰਟਿਕੂਲਰ ਟਾਈਮ ਦੇ ਲਈ ਉਹ ਕਿਵੇਂ ਸੱਟ ਲੱਗੀ ਸੀ, ਕੀ ਹੋਇਆ, ਉਹ ਭੁੱਲ ਜਾਂਦਾ ਹੈ, ਪਰ ਬਾਅਦ ਵਿੱਚ ਮਹੀਨੇ 2-3 ਮਹੀਨੇ ਬਾਅਦ ਜਾ ਕੇ ਉਹ ਸਾਰੀ ਚੀਜ਼ਾਂ ਯਾਦ ਵੀ ਆ ਜਾਂਦੀਆਂ? ਹਾਂਜੀ, ਉਹ ਸੱਟ ਦੇ ਨਾਲ ਤੇ ਸਟ੍ਰੋਕ ਦੇ ਨਾਲ ਹੁੰਦਾ ਹੈ ਕਿ ਇਹਨੂੰ ਅਸੀਂ ਦੋ ਤਰ੍ਹਾਂ ਦੇ ਐਮਨੀਜ਼ੀਆ ਕਹਿੰਦੇ ਹਾਂ। ਤੇ ਕੁਝ ਇਹਦੇ ਵਿੱਚ ਹੈਗੀ ਚੀਜ਼ਾਂ ਜੋ ਯਾਦ ਆ ਜਾਂਦੀਆਂ ਨੇ, ਕੁਝ ਯਾਦ ਨਹੀਂ ਵੀ ਆਉਂਦੀਆਂ। ਬਟ ਇਹਦਾ ਕੋਈ ਮੈਡੀਕਲੀ ਬਹੁਤ ਜ਼ਿਆਦਾ ਸਿਗਨੀਫੀਕੈਂਸ ਸਾਡੇ ਲਈ ਨਹੀਂ ਹੈ, ਡੇ ਟੂ ਡੇ ਐਕਟੀਵਿਟੀਜ਼ ਉਸ ਦੇ ਲਈ ਨਹੀਂ ਹੈ। ਅੱਛਾ, ਪਿਛਲੇ ਸੈਗਮੈਂਟ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਟੈਕਨੋਲੋਜੀ ਦਾ ਜ਼ਿਕਰ ਤਾਂ ਕੀਤਾ ਸੀ ਕਿ ਟੈਕਨੋਲੋਜੀ ਦਾ ਪੋਜ਼ਿਟਿਵ ਇਸਤੇਮਾਲ ਕਿਵੇਂ ਕੀਤਾ ਜਾ ਸਕਦਾ ਹੈ। ਹੁਣ ਉਹ ਟੈਕਨੋਲੋਜੀ ਵੀ ਕੋਈ ਹੈ ਜਿਸ ਨਾਲ ਮੈਮਰੀ ਨੂੰ, ਜਿਹਨੂੰ ਕਹਿੰਦੇ ਯਾਦਦਾਸ਼ਤ ਨੂੰ ਹੋਰ ਸ਼ਾਰਪ ਬਣਾਇਆ ਜਾ ਸਕਦਾ? ਜੀ, ਹੁਣ ਅੱਜ ਕੱਲ੍ਹ 2-3 ਟੈਕਨੋਲੋਜੀ ਦਾ ਅਸੀਂ ਵੀ ਕੰਮ ਕਰ ਰਹੇ ਹਾਂ। ਉਹ ਕੀ ਚੀਜ਼ ਹੈਗੀ ਕਿ ਇੱਕ ਤਾਂ ਹੈ ਕਿ 3 ਡਿਫਰੈਂਟ ਚੀਜ਼ਾਂ ਹੈਗੀਆਂ। ਇੱਕ ਤਾਂ ਹੈ ਕਿ ਅਸੀਂ ਇੱਕ ਟੈਕਨੋਲੋਜੀ ਦੇ ਨਾਲ ਜੋ ਪਰਸਨ ਹੈ, ਮੈਂ ਪੇਸ਼ੈਂਟ ਨਹੀਂ ਕਹੂੰਗਾ, ਜੋ ਬੰਦਾ ਹੈ ਉਹਦਾ ਪਰਸਨੈਲਿਟੀ ਸਟਾਈਲ ਤੇ ਉਹਦਾ ਲਰਨਿੰਗ ਸਟਾਈਲ ਨੂੰ ਅਸੀਂ ਇੱਕ ਛੋਟੇ ਜਿਹੇ ਸੌਫਟਵੇਅਰ ਦੇ ਨਾਲ ਅਸੀਂ ਡਿਸਕਵਰ ਕਰ ਸਕਦੇ ਹਾਂ। ਸੋ ਜੇ ਅਸੀਂ ਮੰਨ ਲਓ 5 ਬੰਦੇ ਮੇਰੇ ਸਾਹਮਣੇ ਬੈਠੇ ਹੈ, ਮੈਂ ਇੱਕ ਛੋਟਾ ਜਿਹਾ ਟੈਸਟ ਕਰਕੇ ਇਹ ਦੱਸ ਸਕਦਾ ਕਿ ਇਹ ਬੰਦੇ ਦੀ ਪਰਸਨੈਲਿਟੀ ਕਿਸ ਤਰ੍ਹਾਂ ਹੈ, ਤੇ ਜੇ ਇਹਨੇ ਕੋਈ ਚੀਜ਼ ਯਾਦ ਰੱਖਣੀ ਹੈ ਤੇ ਉਹ ਕਿਹੜਾ ਤਰੀਕਾ ਇਸਤੇਮਾਲ ਆਪਾਂ ਕਰਾਂਗੇ ਤਾਂ ਇਹਨੂੰ ਬੈਟਰ ਯਾਦ ਹੋਏਗਾ। ਮੈਂ ਇੱਕ ਛੋਟਾ ਐਗਜ਼ਾਮਪਲ ਦੇਣਾ ਕਿ ਜਿਸ ਤਰ੍ਹਾਂ ਇੱਕ ਬੰਦਾ ਹੈ, ਉਹਦਾ ਮੈਥਮੈਟੀਕਲ ਦਿਮਾਗ ਹੈ, ਉਹਨੂੰ ਕੁਝ ਲੌਜੀਕਲੀ ਸਮਝਾ ਕੇ ਅਸੀਂ ਦੱਸ ਦਾਂਗੇ ਤਾਂ ਉਹਨੂੰ ਯਾਦ ਹੋ ਜਾਏਗਾ। ਇੱਕ ਬੰਦੇ ਦਾ ਦਿਮਾਗ ਹੈ ਜਿਹਨੂੰ ਕੋਈ ਚੀਜ਼ ਬੋਲ ਕੇ ਸੁਣਾਈ ਜਾਏਗੀ ਤਾਂ ਯਾਦ ਹੋ ਜਾਏਗਾ। ਇੱਕ ਬੰਦਾ ਕਹਿੰਦਾ ਮੈਂ ਜਦੋਂ ਦੇਖੂ ਨਾ ਚੀਜ਼ ਮੈਨੂੰ ਯਾਦ ਨਹੀਂ ਹੁੰਦੀ। ਸੋ ਇਹ ਡਿਫਰੈਂਟ ਸਟਾਈਲ ਹੈਗੇ। ਸੋ ਉਹ ਇੱਕ ਛੋਟੇ ਜਿਹੇ ਸੌਫਟਵੇਅਰ ਟੈਕਨੋਲੋਜੀ ਦੇ ਨਾਲ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਸਕਦੇ ਹਾਂ ਕਿ ਜੇ ਤੁਸੀਂ ਆਪਣੀ ਮੈਮਰੀ ਦੇ ਵਿੱਚ ਕੋਈ ਚੀਜ਼ ਜ਼ਿਆਦਾ ਪਾਣੀ ਹੈ ਤੇ ਇਸ ਤਰ੍ਹਾਂ ਦੇ ਕੰਮ ਤੁਸੀਂ ਕਰੋਗੇ ਤਾਂ ਤੁਸੀਂ ਬੈਟਰ ਯਾਦ ਕਰ ਸਕਦੇ ਹੋ। ਅੱਛਾ, ਇਹਦੇ ਨਾਲ ਹੀ ਲਿੰਕਡ ਮੈਮਰੀ ਦਾ ਇੱਕ ਅਸੀਂ ਕੀ ਕਰ ਰਹੇ ਹਾਂ ਕਿ ਜੋ MRI ਹੁੰਦਾ ਹੈ, MRI ਦਾ ਪਰਪਸ ਕੀ ਹੈ ਕਿ ਉਹ ਸਾਡੇ ਬ੍ਰੇਨ ਦਾ ਜੋ ਸਟਰਕਚਰ ਹੈ ਉਹਦੀ ਫੋਟੋ ਸਾਡੇ ਸਾਹਮਣੇ ਰੱਖਦਾ। ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਸਾਨੂੰ ਕਾਰ ਹੈ, ਕਾਰ ਦੀ ਫੋਟੋ ਦੇਖਣ ਨੂੰ ਮਿਲ ਰਹੀ ਹੈ, ਲੇਕਿਨ ਉਹ ਬੋਨਟ ਵੀ ਚੱਕਤਾ, ਆਪਾਂ ਇੰਜਨ ਦੀ ਫੋਟੋ ਲੈ ਲਈ। ਬਟ ਇਹਦੇ ਨਾਲ ਇਹ ਤਾਂ ਸਾਨੂੰ ਨਹੀਂ ਪਤਾ ਲੱਗਿਆ ਕਿ ਉਹ ਜਿਹੜਾ ਇੰਜਨ ਹੈ ਉਹ ਵਰਕਿੰਗ ਹੈ ਕਿ ਨਹੀਂ ਹੈ। ਜੇ ਵਰਕਿੰਗ ਵੀ ਹੈ ਤਾਂ ਐਵਰੇਜ ਕਿੰਨੀ ਹੈ। ਸੋ ਉਹਦੇ ਵਿੱਚ ਅਸੀਂ ਇੱਕ ਟੈਕਨੋਲੋਜੀ ਇਸਤੇਮਾਲ ਹੁਣ ਕਰ ਰਹੇ ਹਾਂ MRI ਦੇ ਵਿੱਚ, ਜਿਸ ਦੇ ਵਿੱਚ ਅਸੀਂ ਬ੍ਰੇਨ ਦਾ ਫੋਟੋ ਲੈਣ ਦੇ ਇਲਾਵਾ ਉਹਦੇ ਹਰ ਛੋਟੇ ਹਿੱਸੇ ਦਾ ਇੱਕ ਐਨਾਲਿਸਿਸ ਕਰਦੇ ਹਾਂ ਕਿ ਉਹ ਜਿਹੜਾ ਹਿੱਸਾ ਹੈ ਉਹ ਕਿੰਨਾ ਸਾਈਜ਼ ਹੋਣਾ, ਕਿੰਨਾ ਵੋਲਿਊਮ ਹੋਣਾ ਚਾਹੀਦਾ ਤੇ ਇਸ ਪਰਸਨ ਦੇ ਵਿੱਚ ਕਿੰਨਾ ਵੋਲਿਊਮ ਹੈ। ਸੋ ਇੱਕ ਮੰਨ ਲਓ ਜਿਹੜਾ ਸੈਂਟਰ ਹੈ ਜਿੱਥੇ ਯਾਦਾਸ਼ਤ ਦੀ ਪ੍ਰੋਸੈਸਿੰਗ ਹੋਣੀ ਹੈ, ਉਹ ਇੱਕ ਬੰਦੇ ਦਾ 20 ਹੈ, ਮੇਰਾ 10 ਹੈ, ਤੇ ਓਬਵੀਅਸਲੀ ਉਹ ਪ੍ਰੋਸੈਸਿੰਗ ਸਲੋ ਹੋਏਗੀ। ਹੁਣ ਇਸ ਟੈਕਨੋਲੋਜੀ ਦਾ ਇਸਤੇਮਾਲ ਇੱਕ ਤਾਂ ਸਾਨੂੰ ਪਤਾ ਲੱਗਣ ਦੇ ਵਿੱਚ ਹੋ ਗਿਆ, ਸੈਕਿੰਡ ਅਸੀਂ ਉਹ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਟੈਕਨੋਲੋਜੀ ਦਾ ਇਸਤੇਮਾਲ ਕਰਿਆ ਜਿਹੜੇ ਬੰਦੇ ਨੇ ਨਾ ਹਾਲੇ ਸ਼ੁਰੂਆਤ ਹੋਈ ਹੈ, ਕਿ
ਮਤਲਬ ਲੇਟ 30s ਜਾਂ 35 ਇਸ ਤਰ੍ਹਾਂ ਦੀ ਏਜ ਹੈ ਜਿਨ੍ਹਾਂ ਨੂੰ ਇਹ ਲੱਗਣਾ ਸ਼ੁਰੂ ਹੋਇਆ ਕਿ ਮੇਰੀ ਯਾਦਾਸ਼ਤ ਨੂੰ ਥੋੜ੍ਹੀ ਥੋੜ੍ਹੀ ਦਿੱਕਤ ਆਉਣੀ ਸ਼ੁਰੂ ਹੋ ਗਈ ਹੈ। ਸੋ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਜਦੋਂ ਅਸੀਂ ਇਹ ਦੋਨੋਂ ਟੈਸਟ ਕਰਦੇ ਹਾਂ ਤੇ ਅਸੀਂ ਇਹ ਡਿਸਾਈਡ ਕਰਕੇ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਤੁਹਾਨੂੰ ਅਲਟੀਮੇਟਲੀ ਮੈਮਰੀ ਦੀ ਪ੍ਰੋਬਲਮ ਆਉਣ ਵਾਲੀ ਹੈ ਤੇ ਉਸ ਪ੍ਰੋਬਲਮ ਨੂੰ ਆਉਣ ਦੇ ਲਈ ਤੁਸੀਂ ਇਹ ਸਟੈਪਸ ਹੁਣੇ ਹੀ ਕਰ ਲਓ। ਪ੍ਰੀਵੈਂਸ਼ਨ ਹੋ ਗਈ, ਬਚਾਅ ਹੋ ਗਿਆ ਕਿ ਤੁਸੀਂ ਇਹ ਕਰੋਗੇ ਤਾਂ ਤੁਹਾਡਾ ਮੈਮਰੀ ਦਾ ਡਿਕਲਾਈਨ ਉਨਾ ਫਾਸਟ ਨਹੀਂ ਹੋਏਗਾ। ਤੇ ਇੱਕ ਜਿਹੜੀ ਤੀਸਰੀ ਟੈਕਨੋਲੋਜੀ ਹੈ, ਉਸ ਟੈਕਨੋਲੋਜੀ ਦੇ ਵਿੱਚ ਕੀ ਹੈਗਾ, ਹੁਣ ਤੱਕ ਅਸੀਂ ਦੇਖਿਆ ਕਿ ਅਸੀਂ ਲਰਨਿੰਗ ਸਟਾਈਲਸ ਪੇਸ਼ੈਂਟਸ ਦੇ ਮਤਲਬ ਲੋਕਾਂ ਦੇ ਅੰਡਰਸਟੈਂਡ ਕਰ ਲਏ, ਅਸੀਂ ਬ੍ਰੇਨ ਦਾ ਵੋਲਿਊਮ ਵੀ ਮੈਪ ਕਰ ਲਿਆ। ਹੁਣ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਉਸ ਵੋਲਿਊਮ ਦੇ ਵਿੱਚੋਂ ਦੀ ਕੰਮ ਕਿੰਨਾ ਹੋ ਰਿਹਾ, ਯਾਨੀ ਕਿ ਆਪਾਂ ਇਹ ਦੇਖ ਲਿਆ ਕਿ ਇੰਜਨ ਕੰਮ ਤਾਂ ਕਰਦਾ ਹੈ ਲੇਕਿਨ ਉਹ ਇੰਜਨ ਐਵਰੇਜ ਕਿੰਨੀ ਦਿੰਦਾ ਉਹ ਵੀ ਸਾਨੂੰ ਪਤਾ ਲੱਗ ਗਿਆ। ਸੋ 2 ਗੱਡੀਆਂ ਹੈਗੀਆਂ, ਇੱਕ ਦੀ ਐਵਰੇਜ 20 ਹੈ, 1 ਲੀਟਰ ਤੇਲ ਪਾਵਾਂਗੇ ਉਹ 20 ਕਿਲੋਮੀਟਰ ਚਲੇਗਾ, ਤੇ ਇੱਕ ਦੀ ਐਵਰੇਜ 10 ਹੈ ਉਹ 10 ਕਿਲੋਮੀਟਰ ਚਲੇਗੀ। ਹੁਣ ਇਹਦਾ ਫਰਕ ਕੀ ਹੈ? ਜਿਹੜੀ ਆਪਾਂ ਗੱਲ ਕਰਦੇ ਸੀ ਕਿ ਮਦਰਸ ਕਹਿੰਦੇ ਵੀ ਉਹ ਬੰਦੇ ਨੂੰ ਤਾਂ ਆਪਾਂ ਜਦੋਂ ਉਹ ਬੱਚਾ ਯਾਦ ਕਰਨ ਤੋਂ ਬੈਠਦਾ ਹੈ ਤੇ ਉਹ ਇਮੀਡੀਏਟਲੀ ਯਾਦ ਕਰ ਲੈਂਦਾ ਹੈ, ਉਹ ਲੇਟ ਯਾਦ ਕਰਦਾ ਹੈ। ਤੇਂਦੁਲਕਰ ਹੈ ਉਹ ਬਹੁਤ ਹੀ ਗੋਡ ਗਿਫਟਡ ਹੈ, ਕੋਹਲੀ ਹੈ ਉਹ ਗੋਡ ਗਿਫਟਡ ਸੀ, ਮਿਹਨਤ ਲੱਕ ਆਪਣੀ ਤਰਫ ਹੈ ਲੇਕਿਨ ਗੋਡਸ ਗਿਫਟ ਹੈ। ਇਹ ਗੋਡਸ ਗਿਫਟ ਕੀ ਹੈ? ਇਹ ਗੋਡਸ ਗਿਫਟ ਐਕਚੁਅਲੀ ਐਵਰੇਜ ਹੈ ਕਿ ਕੋਈ ਵੀ ਕੰਮ ਕਰਨ ਦੇ ਲਈ ਤੁਹਾਡਾ ਬ੍ਰੇਨ ਕਿੰਨਾ ਜ਼ਿਆਦਾ ਉਹਦਾ ਪੋਰਸ਼ਨ ਐਕਟਿਵ ਹੈ, ਉਹ ਗੋਡਸ ਗਿਫਟ ਹੈ। ਸੋ ਅਸੀਂ ਟੈਕਨੋਲੋਜੀ ਦੇ ਨਾਲ ਇਹ ਗੋਡਸ ਗਿਫਟ ਨੂੰ ਵੀ ਅੰਡਰਸਟੈਂਡ ਕਰ ਸਕਦੇ ਹਾਂ। ਉਹਦਾ ਐਡਵਾਂਟੇਜ ਕੀ ਹੈ ਕਿ ਅੱਜ ਜੇ ਸਪੋਜ਼ ਮੇਰਾ ਗੋਡਸ ਗਿਫਟ ਹੈ ਕਿ ਮੈਂ ਮੈਥਮੈਟੀਕਲ ਕੈਲਕੂਲੇਸ਼ਨ ਬਹੁਤ ਅੱਛੀ ਕਰ ਸਕਦਾ, ਸੋ ਇਟ ਇਜ਼ ਬੈਟਰ ਕਿ ਮੈਂ ਜੋ ਵੀ ਕੰਮ ਕਰ ਰਿਹਾ ਉਹ ਮੈਥਮੈਟੀਕਲ ਕੈਲਕੂਲੇਸ਼ਨ ਦੇ ਅਰਾਊਂਡ ਕਰਾਂ। ਕਰੀਅਰ ਚੋਇਸਸ ਦੀ ਕੈਰੀਅਰ ਚੋਇਸ ਤਾਂ ਚਲੋ ਮਤਲਬ ਆਫਟਰ 30-35 ਤਾਂ ਬਹੁਤ ਡਿਫਰੈਂਟ, ਬੱਚਿਆਂ ਲਈ ਤਾਂ ਡੈਫੀਨਿਟਲੀ ਕੈਰੀਅਰ ਚੋਇਸ ਲਈ ਵੀ ਇਸਤੇਮਾਲ ਹੋ ਸਕਦਾ ਹੈ, ਲੇਕਿਨ ਅਸੀਂ ਐਡਲਟਸ ਦੀ ਗੱਲ ਕਰ ਰਹੇ ਹਾਂ। ਸੋ ਜੇ ਕੋਈ ਵੀ ਕੰਮ ਕਰਨਾ ਹੈ ਉਹਦੇ ਵਿੱਚ ਉਹ ਸਾਰੇ ਕੰਮਾਂ ਦੇ ਵਿੱਚ ਉਹਨੂੰ ਜਿਹੜੇ ਮੈਮਰੀ ਲੈਪਸਿਸ ਹੈਗੇ ਉਹ ਬਹੁਤ ਘੱਟ ਹੋਣਗੇ। ਸੋ ਹੀ ਕੈਨ ਈਜ਼ੀਲੀ ਅਵੋਇਡ ਉਹ ਸਾਰੀ ਚੀਜ਼ਾਂ ਜਿਹਦੇ ਵਿੱਚ ਉਹਦੇ ਸਟਰੈਂਥਸ ਨਹੀਂ ਹੈਗੀਆਂ। ਸੋ ਇਹ ਜਿਹੜੀ ਟੈਕਨੋਲੋਜੀ ਹੈ ਨਾ ਕਿ ਡਿਕਲਾਈਨ ਨੂੰ ਤੁਸੀਂ ਪਹਿਲਾਂ ਹੀ ਡਿਸਾਈਡ ਕਰ ਲੈਣਾ, ਉਹ ਡਿਕਲਾਈਨ ਨੂੰ ਰੋਕਣ ਲਈ ਕਿਸ ਤਰ੍ਹਾਂ ਦੀ ਚੀਜ਼ਾਂ ਇਸਤੇਮਾਲ ਕਰਨੀਆਂ, ਕਿਹੜੇ ਪਰਸਨੈਲਿਟੀ ਟਾਈਪਸ ਤੁਹਾਡੇ ਹੈਗੇ, ਕਿਹੜੇ ਮੈਮਰੀ ਸਟਾਈਲਸ ਹੈਗੇ, ਉਹ ਸਾਰੀ ਚੀਜ਼ਾਂ ਹੁਣ ਟੈਕਨੋਲੋਜੀ ਦੇ ਵਿੱਚ ਅਸੀਂ ਇਸਤੇਮਾਲ ਕਰ ਰਹੇ ਹਾਂ ਤੇ ਇਹ ਮਤਲਬ ਵੱਡਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਚੀਜ਼। ਬਿਲਕੁਲ, ਜਿਵੇਂ ਡਾਕਟਰ ਸਾਹਿਬ ਨੇ ਡਿਟੇਲ 'ਚ ਇਸ ਬਾਰੇ ਦੱਸਿਆ, ਮੈਨੂੰ ਲੱਗਦਾ ਹੈ ਕਿ ਇਹ ਇੱਕ ਅਜਿਹੀ ਸੌਗਾਤ ਹੈ ਜੋ NHS ਹਸਪੀਟਲ ਵੱਲੋਂ ਲੈ ਕੇ ਆਈ ਜਾ ਰਹੀ ਹੈ ਤੇ ਇਹ ਟੈਕਨੋਲੋਜੀ ਜਿਹੜੀ ਹੈ ਉਹ ਕਾਫੀ ਹੱਦ ਤੱਕ ਤੁਹਾਡੀ ਨਾ ਸਿਰਫ ਮੈਨੂੰ ਲੱਗਦਾ ਹੈ ਕਿ ਮੈਮਰੀ ਦੀ ਸ਼ਾਰਪਨੈਸ ਹੋਰ ਵਧਾਵੇਗੀ, ਬਲਕਿ ਬਹੁਤ ਸਾਰੇ ਜੋ ਸਵਾਲ ਤੁਹਾਡੇ ਅੰਦਰ ਚੱਲਦੇ ਨੇ ਉਹਦੇ ਜਵਾਬ ਵੀ ਇਸ ਦੇ ਜ਼ਰੀਏ ਮਿਲਣਗੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਇਸ ਟੌਪਿਕ ਬਾਬਤ ਇੰਨੀ ਡਿਟੇਲ 'ਚ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਫਿਲਹਾਲ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਆਪਣਾ ਤੇ ਆਪਣਿਆਂ ਦਾ ਧਿਆਨ ਚੰਗੀ ਤਰ੍ਹਾਂ ਰੱਖਿਓ ਤੇ ਵੇਖਣਾ ਭੁੱਲਿਓ ਨਾ ਡਾਕਟਰ ਸਪੀਕ। ਦਿਓ ਇਜਾਜ਼ਤ, ਰੱਬ ਰਾਖਾ।